एक ओंकार सतगुर प्रसाद। सुन मीता नानक बिनवंता, साध जना की अचरज कथा। महापुरख धन धन बाबा नंद सिंह जी महाराज नानकसर कलेरा वालियां तो वरसाए, करम योगी श्री हजूर संत बाबा मीहा सिंह जी सियाड़ साहिब वालिया जी दी जीवन कथा। गुरु वाक है जी, धन सो वंश धन सो पिता, धन सो माता जिन जन जने, जिन सास गिरास ते आया मेरा हर हर, से साची दरगह हर जन बने। हर हर अगम नाम हर तेरे, विच भगता हर तरणे, नानक जन पाया मत गुरमत, जब हर हर पार पवने। किरसानी करने वाले करम योगी, निर्मल हृदय मिठ बोलड़े, शांत स्वरूप निमरता दे पुंज, परोपकारी समदर्शी, नाम बाणी दे अभ्यासी, तपस्वी ब्रह्म बेते योगी, तेजस्वी राज योगी, संत बाबा मीहा सिंह जी दा जन्म माघ महीने दी संगरांद दिन शनिचरवार 13 जनवरी ईस्वी सन 1906 ਨੂੰ 2:15 ਵਜੇ ਸਵੇਰੇ पिता सरदार अमर सिंह पंदेर दे गृह विखे माता राम कौर जी दी कुखों नगर सियाड़ साहिब तहसील खन्ना जिला लुधियाना पंजाब विखे होया। जिवनी फकीरनी दाई सी जिसने सब तो पहला इस नव जन्मे बालक दे दर्शन कीते। दीवे दी मध्यम लो विच इस बालक दा चेहरा उसनों रब्बी नूर वाला जापिया। आम बालकां तो उल्ट ਇਹ बालक उसनों हसदा प्रतीत होया। उसने दादी नंदी ਅਤੇ पिता सरदार अमर सिंह जी ਨੂੰ ਵਧਾਈਆਂ ਦਿੱਤੀਆਂ। तद किसे नूं भी पता नहीं सी कि यह नव जन्मिया बालक साधुआं संग मजन करन वाला अते उन्हां दी धूड़ी नाल इशनान करन वाला, हर दा नाम ध्याउण वाला अते सबना नूं दान करन वाला, सच दे मार्ग दा पांदी, 68 तीर्थां दे सारे पुण्य दान अते प्रवाणित कर्मां दा धारणी, उस प्रीतम प्रभु दे गुण ग्रहण करन वाला एक सुजान पुरख होवेगा जिस दी जहान उस्तत करेगा। दादी नंदी ਅਤੇ ਮਾਤਾ ਦੀ ਗੋਦੀ ਵਿੱਚ ਚਾਵਾਂ ਅਤੇ ਮਲਾਰਾ ਨਾਲ ਖੇਡਦੇ ਇਹ ਬਾਲ ਬਾਬਾ ਜੀ ਵੱਡੇ ਹੋ ਰਹੇ ਸਨ। ਛੋਟੇ ਛੋਟੇ ਜਿਹੇ ਵਾਕ ਬੋਲਦੇ ਬਹੁਤ ਪਿਆਰੇ ਲੱਗਦੇ ਸੀ। ਵੈਸੇ ਵੀ ਇਕਲੌਤਾ ਹੋਣ ਕਰਕੇ ਲਾਡਲੇ ਵੀ ਬਹੁਤ ਸਨ। ਬਚਪਨ ਦੀਆਂ ਬਾਬਾ ਜੀ ਦੀਆਂ ਬਾਲ ਲੀਲਾਵਾਂ ਪਰਿਵਾਰ ਵਾਲਿਆਂ ਨੂੰ ਹੈਰਾਨ ਕਰ ਦਿੰਦੀਆਂ ਸਨ ਅਤੇ ਕਿਸੇ ਆਉਣ ਵਾਲੇ ਸਮੇਂ ਵੱਲ ਇਸ਼ਾਰਾ ਕਰਦੀਆਂ ਸਨ। ਕਈ ਵਾਰ ਰਮਤਾ ਸਾਧੂ ਅਤੇ ਪੁਰੋਹਿਤ ਬਾਬਾ ਜੀ ਨੂੰ ਆਪਣੇ ਨਾਲ ਕੋਲ ਰੱਖਣ ਦੀ ਮੰਗ ਕਰਦੇ ਸਨ। ਇੱਕ ਵਾਰੀ ਘਰ ਆਏ ਮਸਤਾਨੀ ਬਿਰਤੀ ਵਾਲੇ ਸਾਧੂ ਨੇ ਵੀ ਬਾਬਾ ਜੀ ਨੂੰ ਪਛਾਣ ਲਿਆ ਸੀ। ਇਹ ਸਾਧੂ ਬਾਰ-ਬਾਰ ਦਾਦੀ ਨੰਦੀ ਅੱਗੇ
ਇਹ ਮੰਗ ਰੱਖਦੇ ਸਨ ਕਿ ਇਹ ਬੱਚਾ ਸਾਨੂੰ ਦੇ ਦਿਓ, ਪਰ ਦਾਦੀ ਨੰਦੀ ਇਨਕਾਰ ਕਰ ਦਿੰਦੇ ਸਨ। ਇਸੇ ਹੀ ਨਗਰ ਦੇ ਸਾਧੂ ਗਿਆਨਦਾਸ ਜੀ ਇੱਕ ਸੱਚੇ ਅਤੇ ਸੁੱਚੇ ਸਾਧੂ ਸਨ। 1912 ਦੇ ਵਿੱਚ ਬਾਬਾ ਜੀ ਨੇ ਸਾਧੂ ਗਿਆਨਦਾਸ ਜੀ ਪਾਸੋਂ ਮੁੱਢਲੀ ਵਿੱਦਿਆ ਪ੍ਰਾਪਤ ਕੀਤੀ। ਬਾਬਾ ਜੀ ਦੇ ਗੁਰਦੇਵ ਸਾਧੂ ਗਿਆਨਦਾਸ ਜੀ ਨੇ ਸਾਰਿਆਂ ਹੀ ਬਾਲਕਾਂ ਨੂੰ ਬਹੁਤ ਪਿਆਰ ਨਾਲ ਪੜ੍ਹਾਉਣਾ ਆਰੰਭ ਕੀਤਾ। ਪਹਿਲਾਂ ਬਾਲ ਉਪਦੇਸ਼ ਤੋਂ ਗੁਰਮੁਖੀ ਅੱਖਰਾਂ ਦੇ ਸਿਆਣੂ ਕਰਵਾਇਆ। ਸਾਧੂ ਗਿਆਨਦਾਸ ਜੀ ਹਰ ਰੋਜ਼ ਬਾਬਾ ਜੀ ਨੂੰ ਮਿਲਣ ਜਾਂਦੇ ਹੁੰਦੇ ਸਨ। ਪਹਿਲਾਂ ਘਰ ਜਾ ਕੇ ਪਤਾ ਕਰਦੇ ਸੀ, ਜੇਕਰ ਘਰ ਨਾ ਮਿਲਣ ਤਾਂ ਖੇਤ ਪੁੱਜ ਜਾਂਦੇ ਸਨ। ਸਭ ਤੋਂ ਪਹਿਲਾਂ ਇਹੀ ਪ੍ਰਸ਼ਨ ਕਰਦੇ, ਕਾਕਾ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਪਾਠ ਕਰ ਲਿਆ ਸੀ? ਬਾਬਾ ਜੀ ਆਪਣੀ ਮੁਬਾਰਕ ਰਸਨਾ ਤੋਂ ਫਰਮਾਉਂਦੇ ਹੁੰਦੇ, ਗੁਰੂ ਕਾਮਲ, ਸਿੱਖ ਆਮਲ ਤੇ ਰੱਬ ਸ਼ਾਮਲ। ਸਾਧੂ ਗਿਆਨਦਾਸ ਜੀ ਬਾਬਾ ਜੀ ਨੂੰ ਕਿਹਾ ਕਰਦੇ, ਕਾਕਾ ਅਸੀਂ ਤੈਨੂੰ ਗੁਰੂ ਨਾਨਕ ਦੇਵ ਜੀ ਦੇ ਅੱਖਰ ਸਿਖਾਏ ਹਨ। ਜਦੋਂ ਤੋਂ ਬਾਬਾ ਜੀ ਮਹਾਪੁਰਖ ਬਾਬਾ ਨੰਦ ਸਿੰਘ ਜੀ ਕੋਲ ਜਾਣ ਲੱਗ ਪਏ ਤਾਂ ਸਾਧੂ ਗਿਆਨਦਾਸ ਜੀ ਇਹ ਜਾਣ ਕੇ ਇੰਨੇ ਗਦਗਦ ਹੋਏ ਅਤੇ ਕਿਹਾ, ਤੈਨੂੰ ਪੂਰਾ ਬ੍ਰਹਮ ਬੇਤਾ ਜੋਗੀ ਮਿਲ ਗਿਆ, ਮੈਨੂੰ ਦਰਗਾਹ 'ਚ ਸਾਂਭ ਲਈ ਕਾਕਾ। ਜੂਨ 1920 ਵਿੱਚ ਬਾਬਾ ਜੀ ਦਾ ਵਿਆਹ ਨਗਰ ਤਲੇਰ ਕਲਾਂ ਦੇ ਸਰਦਾਰ ਹਰਨਾਮ ਸਿੰਘ ਦੀ ਸਪੁੱਤਰੀ ਰਾਏ ਕੌਰ ਜੀ ਨਾਲ ਰਚਾਇਆ ਗਿਆ। ਬੇਬੇ ਜੀ ਰਾਏ ਕੌਰ ਜੀ ਦਾ ਮੁਖਲਾਵਾ ਈਸਵੀ ਸਨ 1922 ਵਿੱਚ ਆਇਆ। ਬੇਬੇ ਜੀ ਰਾਏ ਕੌਰ ਜੀ ਨੇ ਆਪਣਾ ਸਾਰਾ ਜੀਵਨ ਭਗਤੀ ਮਾਰਗ ਦੇ ਪਾਂਦੀ ਆਪਣੇ ਪਤੀ ਪਰਮੇਸ਼ਵਰ ਬਾਬਾ ਜੀ ਮੀਹਾਂ ਸਿੰਘ ਜੀ ਦੀ ਸੇਵਾ ਵਿੱਚ ਸਿਮਰਨ ਕਰਦੇ ਹੋਏ ਬਤੀਤ ਕੀਤਾ। ਲੰਗਰ ਦੀ ਸੇਵਾ ਗੁਰੂ ਘਰ ਵਿੱਚ ਬਹੁਤ ਉੱਚੀ ਮੰਨੀ ਗਈ ਹੈ। ਬੇਬੇ ਜੀ 3 ਵੇਲੇ ਸਮੇਂ ਸਿਰ ਲੰਗਰ ਤਿਆਰ ਕਰਕੇ ਸਿਰ ਤੇ ਚੁੱਕ ਕੇ ਰਿਹਾਇਸ਼ ਗਾਹ ਤੋਂ ਸ੍ਰੀ ਨਾਨਕਸਰ ਠਾਠ ਸਿਆੜ ਸਾਹਿਬ ਲੈ ਕੇ ਆਉਂਦੇ। ਬੱਚਿਆਂ ਦਾ ਪਾਲਣ ਪੋਸ਼ਣ, ਉਹਨਾਂ ਦੀ ਪੜ੍ਹਾਈ ਲਿਖਾਈ ਅਤੇ ਪਰਿਵਾਰ ਨਾਲ ਸੰਬੰਧਿਤ ਸਾਰੇ ਕਾਰ ਵਿਹਾਰਾਂ ਨੂੰ ਬਾਖੂਬੀ ਨਿਪਟਾਉਂਦੇ ਰਹੇ। ਬਾਬਾ ਜੀ ਦੇ ਪਿਤਾ ਸਰਦਾਰ ਅਮਰ ਸਿੰਘ ਜੀ ਅਤੇ ਉਹਨਾਂ ਦੇ ਵਡਾਰੂ ਜ਼ਿਮੀਂਦਾਰ ਸਨ ਅਤੇ ਆਪ ਖੇਤੀ ਕਰਦੇ ਸਨ। ਪੋਹ ਮਹੀਨੇ ਦੀ ਕੜਕਦੀ ਠੰਡ ਵਿੱਚ ਅੱਧੀ ਰਾਤ ਤੋਂ ਬਾਅਦ ਜਦ ਬਾਬਾ ਜੀ ਆਪਣੇ ਪਿਤਾ ਸਰਦਾਰ ਅਮਰ ਸਿੰਘ ਜੀ ਨਾਲ ਖੇਤ ਵਿੱਚ ਕੰਮ ਕਰਨ ਜਾਂਦੇ ਤਾਂ ਦਾਦੀ ਨੰਦੀ ਜੀ ਉੱਚੀ ਆਵਾਜ਼ ਵਿੱਚ ਕਹਿੰਦੇ, ਧੰਨ ਨੇ ਇਹ ਮਨੁੱਖ, ਅੱਧੀ ਰਾਤ ਨੂੰ ਖੂਹ ਜੋੜਦੇ ਨੇ, ਖੇਤੀ ਕਰਦੇ ਨੇ, ਕੜਕਦੀ ਠੰਡ ਵਿੱਚ ਜਾਂਦੇ ਨੇ, ਧੰਨ ਨੇ ਇਹ ਮਨੁੱਖ। ਦਾਦੀ ਜੀ ਨੰਦੀ ਇਹ ਸ਼ਬਦ ਕਾਫੀ ਦੇਰ ਤੱਕ ਬੋਲਦੇ ਹੀ ਰਹਿੰਦੇ ਅਤੇ ਬਾਬਾ ਜੀ ਹੋਰਾਂ ਨੂੰ ਇਹ ਦੂਰ ਤੱਕ ਸੁਣਾਈ ਦਿੰਦੇ ਰਹਿੰਦੇ। ਫਸਲ ਦੀ ਕਟਾਈ ਕਰਦੇ ਸਮੇਂ ਬਾਬਾ ਜੀ ਇੱਕ ਕਿੱਲੇ ਦੀ ਫਸਲ ਕੱਟਦੇ ਸਮੇਂ 5 ਪਾਠ ਸ੍ਰੀ ਸੁਖਮਨੀ ਸਾਹਿਬ ਦੇ ਕਰ ਲਿਆ ਕਰਦੇ ਸਨ। ਇਹ ਨਾਮ ਦੀ ਮਸਤੀ ਸੀ ਜਾਂ ਕੋਈ ਹੋਰ ਗੈਬੀ ਸ਼ਕਤੀ। ਪੂਰੇ 2 ਵਜੇ ਸਵੇਰੇ ਬਾਬਾ ਜੀ ਦੇ ਪਿਤਾ ਜੀ ਬਾਬਾ ਜੀ ਨੂੰ ਆਪਣਾ ਨਿਤਨੇਮ ਕਰਨ ਲਈ ਛੱਡ ਦਿੰਦੇ ਸਨ। ਇੰਨਾ ਕੰਮ ਕਰਕੇ ਥਕਾਵਟ ਹੋਣੀ ਅਤੇ ਨੀਂਦ ਆਉਣੀ ਸੁਭਾਵਕ ਹੀ ਸੀ, ਜਿਸ ਕਰਕੇ ਬਾਬਾ ਜੀ ਪਾਣੀ ਵਿੱਚ ਖੜੇ ਹੋ ਕੇ ਨਿਤਨੇਮ ਕਰਦੇ ਤਾਂ ਕਿ ਨੀਂਦ ਨਾ ਆਵੇ। ਬਾਬਾ ਜੀ ਹਰ ਕੇ ਨਾਮ ਕੇ ਵਿਉਪਾਰੀ ਸਨ। ਪਰਮਾਰਥ ਦੇ ਮਾਰਗ ਦੇ ਢੁੰਡਾਊ ਨੂੰ ਜਿੱਥੇ ਕਿਤੇ ਵੀ ਮਹਾਂਪੁਰਖ ਦੀ ਸਹੁ ਸੁਣਦੀ ਹੈ, ਉਹ ਉੱਥੇ ਪਹੁੰਚ ਜਾਂਦੇ ਹਨ। ਈਸਵੀ ਸਨ 1924-25 ਵਿੱਚ ਬਾਬਾ ਜੀ ਨੇ ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੇ ਦਰਸ਼ਨ ਕੀਤੇ। ਸਨ 1926 ਦੇ ਵਿੱਚ ਬਾਬਾ ਜੀ ਆਪਣੇ ਹਾਣੀ ਭਾਈ ਲਕਸ਼ਮਣ ਸਿੰਘ ਜੀ ਦੇ ਨਾਲ ਸੰਤ ਅਤਰ ਸਿੰਘ ਜੀ ਰੇਰੂ ਸਾਹਿਬ ਵਾਲਿਆਂ ਜੀ ਦੇ ਸ੍ਰੀ ਗੁਰਦੁਆਰਾ ਸਾਹਿਬ ਵੱਲ ਗਏ। ਜਦੋਂ
ਇਹ ਸ੍ਰੀ ਗੁਰਦੁਆਰਾ ਸਾਹਿਬ ਦੇ ਗੇਟ ਤੇ ਪਹੁੰਚੇ ਤਾਂ ਅੱਗੋਂ ਸੰਤ ਅਤਰ ਸਿੰਘ ਜੀ ਗੇਟ ਤੇ ਹੀ ਖੜੇ ਸਨ, ਜਿਵੇਂ ਉਹਨਾਂ ਦੀ ਉਡੀਕ ਕਰ ਰਹੇ ਹੋਣ। ਬਾਬਾ ਜੀ ਨੇ ਅਤੇ ਭਾਈ ਲਛਮਣ ਸਿੰਘ ਨੇ ਸੰਤ ਅਤਰ ਸਿੰਘ ਜੀ ਰੇਰੂ ਸਾਹਿਬ ਵਾਲਿਆਂ ਨੂੰ ਸਤਿਕਾਰ ਸਹਿਤ ਨਮਸਕਾਰ ਕੀਤੀ ਅਤੇ ਚਰਨ ਸਪਰਸ਼ ਕੀਤੇ। ਉਹਨਾਂ ਨੇ ਆਉਣ ਦਾ ਮਨੋਰਥ ਪੁੱਛਿਆ ਤਾਂ ਬਾਬਾ ਜੀ ਨੇ ਉੱਤਰ ਦਿੱਤਾ, ਆਪ ਜੀ ਦੇ ਦਰਸ਼ਨ ਕਰਨ ਆਏ ਹਾਂ ਅਤੇ ਸਿੱਖਿਆ ਦਿਖਿਆ ਲੈਣ ਲਈ ਆਏ ਹਾਂ। ਬਹੁਤ ਹੀ ਪਿਆਰ ਨਾਲ ਮਹਾਂਪੁਰਖ ਦੋਹਾਂ ਨੂੰ ਅੰਦਰ ਆਪਣੇ ਆਸਨ ਤੇ ਲੈ ਗਏ। ਆਸਨ ਤੇ ਬਿਰਾਜਣ ਉਪਰੰਤ ਅਤੇ ਅੰਤਰ ਧਿਆਨ ਹੋਣ ਉਪਰੰਤ ਬਾਬਾ ਜੀ ਨੂੰ ਬਚਨ ਕੀਤਾ, ਤੁਹਾਡਾ ਸੰਜੋਗ ਸਾਡੇ ਨਾਲ ਨਹੀਂ ਹੈ, ਤੁਹਾਡੀ ਪੜ੍ਹਾਈ ਉੱਚੀ ਹੈ, ਤੁਸੀਂ ਭੈਣੀ ਸਾਹਿਬ ਵਾਲੇ ਮਹਾਂਪੁਰਖਾਂ ਦੇ ਦਰਸ਼ਨ ਕਰੋ। ਫਿਰ ਉਹਨਾਂ ਨੇ ਜਲ ਪਾਣੀ ਛਕਾਇਆ ਅਤੇ ਜਾਣ ਲਈ ਖੁਸ਼ੀਆਂ ਦਿੱਤੀਆਂ। ਉੱਥੋਂ ਹੀ ਸ੍ਰੀ ਭੈਣੀ ਸਾਹਿਬ ਵੱਲ ਨੂੰ ਚੱਲ ਪਏ। ਸ੍ਰੀ ਭੈਣੀ ਸਾਹਿਬ ਪਹੁੰਚ ਕੇ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਸਨਮੁਖ ਅਦਬ ਅਤੇ ਸਤਿਕਾਰ ਸਹਿਤ ਨਮਸਕਾਰ ਕੀਤੀ। ਉਹ ਵੀ ਆਪਣੇ ਆਸਨ ਤੇ ਲੈ ਗਏ ਅਤੇ ਆਉਣ ਦਾ ਮਨੋਰਥ ਪੁੱਛਿਆ। ਬਾਬਾ ਜੀ ਨੇ ਉੱਤਰ ਦਿੱਤਾ, ਆਪ ਜੀ ਦੇ ਦਰਸ਼ਨ ਕਰਨ ਅਤੇ ਸਿੱਖਿਆ ਦਿਖਿਆ ਲੈਣ ਲਈ ਆਏ ਹਾਂ। ਸਤਿਗੁਰ ਪ੍ਰਤਾਪ ਸਿੰਘ ਜੀ ਕੁਝ ਸਮੇਂ ਲਈ ਅੰਤਰ ਧਿਆਨ ਹੋਏ ਅਤੇ ਫਿਰ ਬਾਬਾ ਜੀ ਨੂੰ ਬਚਨ ਕੀਤਾ, ਤੁਹਾਡੀ ਪੜ੍ਹਾਈ ਉੱਚੀ ਹੈ, ਤੁਸੀਂ ਉੱਚੀ ਪੜ੍ਹਾਈ ਕਰਨੀ ਹੈ। ਇਸ ਸਮੇਂ ਸਭ ਤੋਂ ਉੱਚ ਕੋਟੀ ਦੇ ਸਾਧੂ ਬਾਬਾ ਨੰਦ ਸਿੰਘ ਜੀ ਹਨ, ਉਹ ਤੁਹਾਡੀ ਪੜ੍ਹਾਈ ਕਰਾਉਣਗੇ, ਤੁਸੀਂ ਉਹਨਾਂ ਦੇ ਦਰਸ਼ਨ ਕਰੋ। ਹੋਰ ਵੀ ਬਹੁਤ ਵਡਿਆਈ ਕੀਤੀ। ਉਹਨਾਂ ਨੇ ਵੀ ਜਲ ਪਾਣੀ ਛਕਾਇਆ ਅਤੇ ਇਸ ਉਪਰੰਤ ਜਾਣ ਲਈ ਖੁਸ਼ੀਆਂ ਦਿੱਤੀਆਂ। ਪਰੰਤੂ ਬਾਬਾ ਨੰਦ ਸਿੰਘ ਜੀ ਦੇ ਆਸਨ ਦਾ ਪਤਾ ਨਾ ਲੱਗ ਸਕਿਆ, ਕਿਉਂਕਿ ਉਹ ਹਮੇਸ਼ਾ ਇੱਕ ਥਾਂ ਤੋਂ ਦੂਸਰੀ ਥਾਂ ਤੇ ਵਿਚਰਦੇ ਰਹਿੰਦੇ ਸਨ। ਬਾਬਾ ਜੀ ਦੇ ਮਨ ਵਿੱਚ ਮਹਾਂਪੁਰਖ ਬਾਬਾ ਨੰਦ ਸਿੰਘ ਜੀ ਦੇ ਦਰਸ਼ਨ ਕਰਨ ਦੀ ਇੱਛਾ ਤੀਬਰ ਹੁੰਦੀ ਗਈ ਅਤੇ ਵਿਸ਼ਵਾਸ ਦਿਨ ਪ੍ਰਤੀ ਦਿਨ ਦ੍ਰਿੜ ਹੁੰਦਾ ਗਿਆ ਕਿ ਉਹ ਆਪ ਹੀ ਕੋਈ ਵਿਧੀ ਬਣਾਉਣਗੇ। ਸਤਾਈ ਮਾਘ ਸਨ 1927 ਨੂੰ ਅੰਮ੍ਰਿਤ ਵੇਲੇ ਬਾਬਾ ਜੀ ਨੇ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕਿਆ। ਬਾਅਦ ਵਿੱਚ ਸਾਰੇ ਪਰਿਵਾਰ ਨੇ ਅੰਮ੍ਰਿਤ ਛਕ ਲਿਆ ਅਤੇ ਗੁਰੂ ਵਾਲੇ ਬਣ ਗਏ। ਨਗਰ ਸਿਆੜ ਸਾਹਿਬ ਵਿਖੇ ਬਾਬਾ ਜੀ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਤੇ ਪਹਿਲਾ ਨਗਰ ਕੀਰਤਨ ਦਿਨ ਵੀਰਵਾਰ ਪੋਹ ਸੁਦੀ ਸੱਤ 29 ਦਸੰਬਰ ਸਨ 1927 ਨੂੰ ਆਯੋਜਿਤ ਕੀਤਾ। ਬਾਬਾ ਜੀ ਨੇ ਆਪਣੇ ਨਗਰ ਦੇ ਹਿੰਦੂ ਅਤੇ ਮੁਸਲਮਾਨ ਵੀਰਾਂ ਨੂੰ ਕਿਹਾ, ਤੁਸੀਂ ਵੀ ਆਪਣੇ ਧਰਮ ਨਾਲ ਸੰਬੰਧਿਤ ਝਾਕੀਆਂ ਪੇਸ਼ ਕਰਕੇ ਆਪਣੇ ਧਰਮ ਬਾਰੇ ਸਾਰਿਆਂ ਨੂੰ ਜਾਣਕਾਰੀ ਦੇਵੋ। ਇਸ ਤਰ੍ਹਾਂ ਹਿੰਦੂ ਵੀਰ ਵੀ ਆਪਣੇ ਧਰਮ ਬਾਰੇ ਝਾਕੀਆਂ ਲੈ ਕੇ ਸ਼ਾਮਲ ਹੋਣ ਲੱਗ ਪਏ ਅਤੇ ਮੁਸਲਮਾਨ ਵੀਰ ਵੀ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਲੱਗ ਪਏ। ਬਾਬਾ ਜੀ ਨੂੰ ਨਾਗ ਦੇਵਤਾ ਨੇ ਦਰਸ਼ਨ ਦੇਣੇ ਅਤੇ ਸੁਪਨੇ ਵਿੱਚ ਮਹਾਂਪੁਰਖ ਧੰਨ ਧੰਨ ਬਾਬਾ ਨੰਦ ਸਿੰਘ ਜੀ ਦੇ ਦਰਸ਼ਨ ਹੋਣੇ।
ਸਾਵਨ ਮਹੀਨੇ ਦੀ ਸੰਗਰਾਂਦ ਵਾਲੇ ਦਿਨ ਸਨ 1933 ਨੂੰ ਸ਼ਾਮ ਦੇ 7:15 ਵਜੇ ਦੇ ਲਗਭਗ ਬਾਬਾ ਜੀ ਸਤਿਗੁਰੂ ਪ੍ਰਤਾਪ ਸਿੰਘ ਜੀ ਨਾਮਧਾਰੀ ਵਾਲਿਆਂ ਦੇ ਦੀਵਾਨ ਵਿੱਚ ਹਰਜਸ ਸੁਣ ਕੇ ਲੁਧਿਆਣਾ ਡਬਲ ਫਾਟਕ ਕੋਲ ਧੁਰੀ ਲਾਈਨ ਦੇ ਨਾਲ ਪੈਦਲ ਆ ਰਹੇ ਸਨ। ਉਸ ਸਮੇਂ ਆਬਾਦੀ ਕੇਵਲ ਰੇਲਵੇ ਲਾਈਨ ਤੋਂ ਘੰਟਾ ਘਰ ਦੇ ਪਾਸੇ ਵੱਲ ਹੀ ਹੁੰਦੀ ਸੀ। ਅੱਜ ਦੇ ਦੀਵਾਨ ਵਿੱਚ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਇਹ ਬਚਨ ਕੀਤੇ, ਜੇ ਕਿਸੇ ਨੇ ਖਰਾ ਸੋਨਾ ਖਰੀਦਣਾ ਹੋਵੇ ਤਾਂ ਉਹ ਮਹਾਪੁਰਖ ਧੰਨ ਧੰਨ ਬਾਬਾ ਨੰਦ ਸਿੰਘ ਜੀ ਕੋਲ ਜਾਵੇ, ਸਾਡੇ ਕੋਲ ਤਾਂ ਫੇਰ ਵੀ ਰਲਾਵਟ ਵਾਲਾ ਹੈ। ਸ੍ਰੀ ਰਹਿਰਾਸ ਸਾਹਿਬ ਜੀ ਦਾ ਪਾਠ ਕਰਨ ਦਾ ਸਮਾਂ ਹੋ ਗਿਆ ਸੀ। ਬਾਬਾ ਜੀ ਨੇ ਪਾਠ ਕਰਨਾ ਆਰੰਭ ਕੀਤਾ। ਗੁਰਬਾਣੀ ਦੀ ਮਸਤੀ ਵਿੱਚ ਚਲਦਿਆਂ ਸੁਤੇ ਸਿੱਧੀ ਬਾਬਾ ਜੀ ਦਾ ਸੱਜਾ ਚਰਨ ਇੱਕ ਸਰਪ ਉੱਪਰ ਰੱਖਿਆ ਗਿਆ। ਚਰਨਾਂ ਵਿੱਚ ਲੱਕੜ ਦੀਆਂ ਅੰਗੂਠੇ ਵਾਲੀਆਂ ਖੜਾਵਾਂ ਪਾਈਆਂ ਹੋਈਆਂ ਸਨ। ਬਾਕੀ ਸਰਪ ਤਾਂ ਚਰਨਾਂ ਦੇ ਆਕਾਰ ਹੇਠਾਂ ਆ ਗਿਆ, ਪਰੰਤੂ ਸਿਰੀ ਬਾਹਰ ਰਹਿ ਗਈ ਅਤੇ ਸਰਪ ਨੇ ਆਪਣੇ ਦੰਦ ਸ੍ਰੀ ਹਜ਼ੂਰ ਬਾਬਾ ਜੀ ਦੇ ਅੰਗੂਠੇ ਵਿੱਚ ਖੁਬੋ ਦਿੱਤੇ। ਆਪ ਜੀ ਨੇ ਸਮਝਿਆ ਕਿ ਕਾਫੂਸ ਵਿੱਚੋਂ ਕੋਈ ਕੰਡਾ ਚੁੱਭ ਗਿਆ ਹੈ। ਜਦ ਪਿੱਛੇ ਪਰਤ ਕੇ ਦੇਖਿਆ ਤਾਂ ਨਾਗ ਦੇਵਤਾ ਦੇ ਦਰਸ਼ਨ ਹੋਏ। ਆਪ ਜੀ ਅਡੋਲ ਹੀ ਸ੍ਰੀ ਰਹਿਰਾਸ ਸਾਹਿਬ ਜੀ ਦਾ ਪਾਠ ਕਰਦੇ ਹੋਏ ਸ਼ਹਿਰ ਵੱਲ ਨੂੰ ਵਧਦੇ ਗਏ। ਪਾਠ ਸਮਾਪਤ ਹੋਣ ਤੇ ਰੁਕ ਗਏ ਅਤੇ ਖੜੇ ਹੋ ਕੇ ਅਰਦਾਸ ਕੀਤੀ। ਅਰਦਾਸ ਦੀ ਸਮਾਪਤੀ ਤੇ ਫਿਰ ਚੱਲਣਾ ਆਰੰਭ ਕੀਤਾ। ਇੰਨੇ ਨੂੰ ਆਬਾਦੀ ਆ ਗਈ ਅਤੇ ਆਪ ਫੀਲਡਗੰਜ ਪਹੁੰਚ ਗਏ। ਮਨ ਹੀ ਮਨ ਵਿੱਚ ਵਿਚਾਰ ਕੀਤਾ ਕਿ ਡਾਕਟਰ ਗੁਜਰਮਲ ਪਾਸ ਜਾਇਆ ਜਾਵੇ, ਪਰ ਸਰੀਰ ਸਭ ਦੀ ਜ਼ਹਿਰ ਨਾਲ ਬੇਸੁੱਧ ਹੁੰਦਾ ਜਾ ਰਿਹਾ ਸੀ। ਡਾਕਟਰ ਗੁਜਰਮਲ ਪਾਸ ਜਾਣ ਦੇ ਫੁਰਨੇ ਨੂੰ ਛੱਡ ਕੇ ਆਪ ਜੀ ਨੇ ਨਾਮਧਾਰੀ ਧਰਮਸ਼ਾਲਾ, ਜਿਸ ਵਿੱਚ ਸਤਸੰਗ ਚੱਲ ਰਿਹਾ ਸੀ, ਉੱਥੇ ਹੀ ਜਾਣਾ ਉਚਿਤ ਸਮਝਿਆ, ਕਿਉਂਕਿ ਉੱਥੇ ਨਗਰ ਸਿਆੜ ਦੇ ਬਾਬਾ ਜੀ ਦੇ ਸਾਥੀ ਆਏ ਹੋਏ ਸਨ। ਬਾਬਾ ਜੀ ਨੇ ਉਹਨਾਂ ਨੂੰ ਸਾਰੀ ਵਾਰਤਾ ਦੱਸੀ। ਉਹ ਤਿੰਨੋਂ ਸਾਥੀ ਬਾਹੋ ਦਾਹੀ ਇਲਾਜ ਕਰਨ ਬਾਰੇ ਸੋਚਣ ਲੱਗੇ। ਇੰਨੇ ਨੂੰ ਕਿਸੇ ਨੇ ਸੰਗਤ ਵਿੱਚੋਂ ਆ ਕੇ ਦੱਸਿਆ ਕਿ ਇੱਕ ਗਾਰੜੂ ਅੰਦਰ ਬੈਠਾ ਜਲ ਪਾਣੀ ਛਕ ਰਿਹਾ ਹੈ ਅਤੇ ਨਾਲ ਹੀ ਸੰਗਤ ਨੂੰ ਕਹਿ ਰਿਹਾ ਹੈ, ਕਿਸੇ ਨੂੰ ਸੱਪ, ਠੂਹੇ, ਬਿੱਛੂ ਆਦਿ ਨੇ ਡਸਿਆ ਹੋਵੇ ਤਾਂ ਦੱਸੋ, ਉਹ ਜ਼ਹਿਰ ਚੂਸਣ ਵਿੱਚ ਕਮਾਲ ਰੱਖਦਾ ਹੈ। ਗਾਰੜੂ ਨੂੰ ਬੁਲਾਉਣ ਬਾਰੇ ਰਾਏ ਕੀਤੀ ਗਈ ਅਤੇ ਗਾਰੜੂ ਨੇ ਆਂਦਿਆਂ ਹੀ ਚਾਕੂ ਅਤੇ ਸੁਹਾ ਮੰਗਵਾਈ। ਉਸਨੇ ਆਪਣੇ ਹਿਸਾਬ ਕਿਤਾਬ ਨਾਲ ਬਾਬਾ ਜੀ ਦੇ ਚਰਨ ਅਤੇ ਲੱਤ ਉੱਤੇ ਚਾਕੂ ਨਾਲ ਪੱਚ ਲਗਾਏ ਅਤੇ ਨਾਲ ਮੰਤਰ ਪੜਨ ਲੱਗਿਆ। ਫਿਰ ਮੂੰਹ ਵਿੱਚ ਸੁਆ ਲੈ ਕੇ ਅੰਗੂਠੇ ਵਿੱਚੋਂ ਜ਼ਹਿਰ ਚੂਸਣਾ ਸ਼ੁਰੂ ਕਰ ਦਿੱਤਾ। ਇਸ ਤੋਂ ਉਪਰੰਤ ਉਸਨੇ ਛਾਤੀ ਉੱਪਰ ਵੀ 2 ਪੱਚ ਲਗਾਏ ਅਤੇ ਜ਼ਹਿਰ ਚੂਸਿਆ। ਇਹਨਾਂ ਦੋਵਾਂ ਥਾਵਾਂ ਤੋਂ ਖੂਨ ਹੀ ਨਿਕਲਿਆ। ਫਿਰ ਉਸਨੇ ਮੱਥੇ ਤੇ ਚਾਕੂ ਨਾਲ ਪੱਚ ਲਗਾਇਆ ਅਤੇ ਪਹਿਲਾਂ ਵਾਂਗ ਹੀ ਜ਼ਹਿਰ ਚੂਸਣ ਲੱਗਿਆ। ਇੱਥੋਂ ਪਾਣੀ ਹੀ ਨਿਕਲਿਆ। ਗਾਰੜੂ ਨੇ ਆਪਣਾ ਕਰਤੱਵ ਇਹ ਕਹਿੰਦੇ ਹੋਏ ਸਮਾਪਤ ਕੀਤਾ ਕਿ ਸੱਪ ਤਾਂ ਇੰਨਾ ਜ਼ਹਿਰੀਲਾ ਸੀ ਕਿ ਡੰਗ ਮਾਰਨ ਲੱਗਿਆ ਕਹਿੰਦਾ, ਮੇਰੇ ਕੋਲੋਂ ਦੂਰ ਡਿੱਗੀ। ਪਰ ਇਹ ਕਿਸੇ ਪੀਰ ਦੀ ਬਾਣੀ ਪੜ੍ਹ ਰਿਹਾ ਸੀ, ਜਿਸ ਕਰਕੇ ਇਸ ਉੱਤੇ ਵਾਹਿਗੁਰੂ ਦੀ ਕਿਰਪਾ ਹੋ ਗਈ ਹੈ। ਦੇਖੋ ਤਾਂ ਸਹੀ, ਖੂਨ ਦਾ ਪਾਣੀ ਬਣ ਗਿਆ ਹੈ। ਗਾਰੜੂ ਦੇ ਜ਼ਹਿਰ ਚੂਸਦਿਆਂ ਆਪ ਨੂੰ ਥੋੜੀ ਜਿਹੀ ਸੁਰਤ ਆ ਗਈ। ਗਾਰੜੂ ਨੇ ਆਪ ਜੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ, ਅਜੇ ਤੇਰੇ ਪਾਸੋਂ ਪਰਮਾਤਮਾ ਨੇ ਕੰਮ ਲੈਣਾ ਹੈ, ਹੁਣ ਤੂੰ ਮਰਦਾ ਨਹੀਂ। ਗਾਰੜੂ ਦੇ ਕਹੇ ਅਨੁਸਾਰ ਇਹ ਤਿੰਨੋਂ ਸਿੰਘ ਬਾਬਾ ਜੀ ਨੂੰ ਕੋਠੇ ਉੱਪਰ ਖੁੱਲੀ ਹਵਾ ਵਿੱਚ ਲੈ ਗਏ ਅਤੇ ਸਾਰੀ ਰਾਤ ਬਾਬਾ ਜੀ ਦੀ ਸੇਵਾ ਕੀਤੀ। ਜਦ ਸਵੇਰ ਦੇ 4 ਵੱਜ ਗਏ ਅਤੇ ਸ੍ਰੀ ਹਜ਼ੂਰ ਬਾਬਾ ਜੀ ਦੇ ਸਰੀਰ ਨੇ ਕੁਝ ਰਾਹਤ ਮਹਿਸੂਸ ਕੀਤੀ ਤਾਂ ਇਹਨਾਂ ਸੱਜਣਾ ਨੂੰ ਕਹਿਣ ਲੱਗੇ, ਮੈਨੂੰ ਇਸ਼ਨਾਨ ਕਰਵਾਓ, ਮੇਰੇ ਨਿਤਨੇਮ ਦਾ ਸਮਾਂ ਤਾਂ ਲੰਘਣ ਵਾਲਾ ਹੈ। ਅਗਲੇ ਦਿਨ ਬਾਬਾ ਜੀ ਦੇ ਸਾਥੀ ਉਹਨਾਂ ਨੂੰ ਨਾਲ ਲੈ ਕੇ ਨਗਰ ਸਿਆੜ ਸਾਹਿਬ ਪਹੁੰਚੇ। ਨਗਰ ਸਿਆੜ ਸਾਹਿਬ ਪਹੁੰਚਦਿਆਂ ਹੀ ਬਾਬਾ ਜੀ ਦੀ ਤਬੀਅਤ ਕਾਫੀ ਵਿਗੜ ਗਈ। ਸਿਆਣੇ ਪੁਰਸ਼ਾਂ ਨੇ ਵਿਚਾਰ ਕੀਤੀ ਕਿ ਉਸ ਗਾਰੜੂ ਨੂੰ ਫਿਰ ਸੱਦਿਆ ਜਾਵੇ।
ਇਸ ਹੀ ਨਗਰ ਦਾ ਇੱਕ ਫੌਜੀ ਸਿੰਘ, ਜਿਸ ਦਾ ਨਾਮ ਭਾਈ ਕਿਸ਼ਨ ਸਿੰਘ ਜੀ ਸੀ, ਉਸ ਨੂੰ ਲੁਧਿਆਣਾ ਜਾਣ ਅਤੇ ਨਾਮਧਾਰੀ ਧਰਮਸ਼ਾਲਾ ਵਿੱਚੋਂ ਉਸ ਗਾਰੜੂ ਨੂੰ, ਜਿਸਨੇ ਆਪ ਜੀ ਦਾ ਇਲਾਜ ਕੀਤਾ ਸੀ, ਲੈ ਕੇ ਆਉਣ ਲਈ ਕਿਹਾ ਗਿਆ। ਉਸ ਸੱਜਣ ਨੇ ਤੁਰੰਤ ਹੀ ਲੁਧਿਆਣੇ ਨੂੰ ਕਮਰ ਕੱਸਾ ਕਰ ਲਿਆ ਤੇ ਨਾਮਧਾਰੀ ਧਰਮਸ਼ਾਲਾ ਲੁਧਿਆਣਾ ਆ ਕੇ ਪਤਾ ਲੱਗਿਆ ਕਿ ਉਹ ਗਾਰੜੂ ਤਾਂ ਇੱਕ ਪੱਲੇਦਾਰ ਹੈ ਅਤੇ ਜਗਰਾਓਂ ਮੰਡੀ ਵਿੱਚ ਰਹਿੰਦਾ ਹੈ। ਇਹ ਸਿੰਘ ਵਾਹੋ ਦਾ ਹੀ ਜਗਰਾਓਂ ਮੰਡੀ ਪਹੁੰਚ ਗਿਆ ਅਤੇ ਪੁੱਛ ਪੜਤਾਲ ਕੀਤੀ, ਪਰ ਇਹ ਪਤਾ ਲੈ ਕੇ ਸਿਆੜ ਨੂੰ ਪਰਤ ਆਇਆ ਕਿ ਇਸ ਨਾਂ ਦਾ ਕੋਈ ਵੀ ਪੱਲੇਦਾਰ ਜਗਰਾਓਂ ਮੰਡੀ ਤੱਕ ਨਹੀਂ ਆਇਆ। ਜਦ ਫੌਜੀ ਕਿਸ਼ਨ ਸਿੰਘ ਨੇ ਨਗਰ ਸਿਆੜ ਸਾਹਿਬ ਜਾ ਕੇ ਇਹ ਗੱਲ ਦੱਸੀ ਤਾਂ ਹਜ਼ੂਰ ਦਾ ਵਿਸ਼ਵਾਸ ਹੋਰ ਵੀ ਦ੍ਰਿੜ ਹੋ ਗਿਆ ਕਿ ਇਹ ਕੌਤਕ ਧੰਨ ਧੰਨ ਬਾਬਾ ਨੰਦ ਸਿੰਘ ਜੀ ਦਾ ਹੀ ਰਚਾਇਆ ਹੋਇਆ ਹੈ। ਹੌਲੀ ਦਰਦ ਘਟਦਾ ਗਿਆ। ਇਸ ਘਟਨਾ ਤੋਂ ਥੋੜੇ ਦਿਨ ਬਾਅਦ ਰਾਤ ਨੂੰ ਸੁੱਤਿਆਂ ਪਿਆ ਸੁਪਨੇ ਵਿੱਚ ਦ੍ਰਿਸ਼ਟਾਂਤ ਹੋਇਆ ਕਿ ਆਪ ਜੀ ਦੁਖਦੇ ਹੋਏ ਪੈਰ ਨਾਲ ਲੰਗੜਾਉਂਦੇ ਹੋਏ ਸ੍ਰੀ ਗੁਰੂ ਦਰਬਾਰ ਵਿੱਚ ਪੁੱਜੇ ਹਨ, ਜਿੱਥੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਹਨ, ਅਤੇ ਮੱਥਾ ਟੇਕਣ ਹੀ ਲੱਗੇ ਸੀ ਕਿ ਆਵਾਜ਼ ਸੁਣਾਈ ਦਿੱਤੀ, ਆ ਗਿਆ ਏ। ਬਾਬਾ ਜੀ ਨੂੰ ਇਸ ਤਰ੍ਹਾਂ ਪ੍ਰਤੀਤ ਹੋਇਆ ਕਿ ਉਹ ਬਹੁਤ ਦਿਨ ਉੱਥੇ ਰਹੇ ਅਤੇ ਗੁਰੂ ਨਾਨਕ ਸਾਹਿਬ ਜੀ ਦੀ ਮਿੱਠੀ ਗੋਦ ਦਾ ਆਨੰਦ ਮਾਣਦੇ ਰਹੇ। ਨਿਤਨੇਮ ਵੇਲੇ ਜਦ ਅੱਖ ਖੁੱਲੀ ਤਾਂ ਸੁਪਨੇ ਵਿੱਚ ਇਸ ਕੌਤਕ ਨੂੰ ਦੇਖ ਕੇ ਅਤਿ ਹੀ ਪ੍ਰਸੰਨ ਅਤੇ ਹੈਰਾਨ ਹੋਏ। ਬਾਬਾ ਜੀ ਨੇ ਹਾਲੇ ਤੱਕ ਧੰਨ ਧੰਨ ਬਾਬਾ ਨੰਦ ਸਿੰਘ ਜੀ ਦੇ ਦਰਸ਼ਨ ਨਹੀਂ ਕੀਤੇ ਸਨ, ਪਰੰਤੂ ਹਜ਼ੂਰ ਦੀ ਇਹ ਤਸਵੀਰ ਉਹਨਾਂ ਦੇ ਮਨ ਤੇ ਉਕਰੀ ਗਈ ਸੀ। ਸਨ 1933 ਦੀ ਪੂਰਨਮਾਸ਼ੀ ਵਾਲੇ ਦਿਨ ਸਰਬ ਉਪਮਾਯੋਗ ਪੂਰਨ ਭਗਤ, ਤਪਸਵੀ, ਤੇਜਸਵੀ ਅਤੇ ਤਿਆਗੀ ਧੰਨ ਧੰਨ ਬਾਬਾ ਨੰਦ ਸਿੰਘ ਜੀ ਦੇ ਦਰਸ਼ਨ ਕਰਨ ਹਿਤ ਸ੍ਰੀ ਹਜ਼ੂਰ ਬਾਬਾ ਜੀ ਨੇ ਨਗਰ ਸਿਆੜ ਸਾਹਿਬ ਤੋਂ ਕਲੇਰਾਂ ਲਈ ਚਾਲੇ ਪਾਏ। ਬਾਬਾ ਜੀ ਦੇ ਨਾਲ ਉਹਨਾਂ ਦਾ ਗੁਆਂਢੀ ਭਾਈ ਵਰਿਆਮ ਸਿੰਘ ਸੀ। ਜਦੋਂ ਬਾਬਾ ਜੀ ਨਾਨਕਸਰ ਕਲੇਰਾਂ ਪਹੁੰਚੇ, ਉੱਥੇ ਸ਼ਾਮ ਦਾ ਦੀਵਾਨ ਲੱਗਾ ਹੋਇਆ ਸੀ। ਮਹਾਂਪੁਰਖ ਧੰਨ ਧੰਨ ਬਾਬਾ ਨੰਦ ਸਿੰਘ ਜੀ ਦਰਬਾਰ ਵਿੱਚ ਨੀਵੀਂ ਪੁੱਟੀ ਹੋਈ ਛੋਟੀ ਜਿਹੀ ਜਗ੍ਹਾ ਉੱਤੇ ਸੁਸ਼ੋਭਤ ਸਨ। ਸ੍ਰੀ ਹਜ਼ੂਰ ਬਾਬਾ ਜੀ ਨੇ ਪੱਖਾ ਕਰ ਰਹੇ ਸਿੰਘ ਪਾਸੋਂ ਪੱਖਾ ਫੜ ਕੇ ਪ੍ਰਤੱਖ ਗੁਰੂ ਨਾਨਕ ਸਾਹਿਬ ਰੂਪ ਧੰਨ ਧੰਨ ਬਾਬਾ ਨੰਦ ਸਿੰਘ ਜੀ ਨੂੰ ਪੱਖਾ ਕਰਨਾ ਸ਼ੁਰੂ ਕਰ ਦਿੱਤਾ। ਹਜ਼ੂਰ ਨੇ ਕੀਰਤਨੀਆਂ ਨੂੰ ਹੱਥ ਨਾਲ ਰੁਕਣ ਦਾ ਇਸ਼ਾਰਾ ਕੀਤਾ ਅਤੇ ਬਾਬਾ ਜੀ ਨੂੰ ਸੰਬੋਧਨ ਕਰਕੇ ਕਿਹਾ, ਕਾਕਾ ਕਿੱਥੋਂ ਆਇਆ ਹੈ? ਆਪ ਜੀ ਨੇ ਹੱਥ ਜੋੜ ਕੇ ਥੋੜਾ ਅੱਗੇ ਨੂੰ ਹੋ ਕੇ ਉੱਤਰ ਦਿੱਤਾ, ਜਾਣੀ ਜਾਣ ਮੈਂ ਪਿੰਡ ਸਿਆੜ ਤੋਂ ਆਇਆ ਹਾਂ। ਹਜ਼ੂਰ ਨੇ ਫਿਰ ਪੁੱਛਿਆ, ਇੱਥੇ ਕਾਸ ਨੂੰ ਆਇਆ ਹੈ? ਬਾਬਾ ਜੀ ਧੰਨ ਧੰਨ ਬਾਬਾ ਮੀਹਾਂ ਸਿੰਘ ਜੀ ਨੇ ਬਹੁਤ ਨਿਮਰਤਾ ਪੂਰਵਕ ਉੱਤਰ ਦਿੱਤਾ, ਜੀ ਆਪ ਜੀ ਦੇ ਦਰਸ਼ਨ ਕਰਨ ਅਤੇ ਚਰਨ ਪਰਸਨ। ਹਜ਼ੂਰ ਮੁਸਕਰਾਏ ਅਤੇ ਫਰਮਾਇਆ, ਜੇ ਸੇਵਕ ਭੁੱਲ ਜਾਏ ਤਾਂ ਚੌਕੀਦਾਰ ਭੇਜ ਕੇ ਸੱਦ ਲਈਦਾ ਹੈ। ਧੰਨ ਧੰਨ ਬਾਬਾ ਨੰਦ ਸਿੰਘ ਜੀ ਨੇ ਸਾਰੀ ਵਿਥਿਆ ਖੋਲ ਕੇ ਦੱਸਣ ਲਈ ਕਿਹਾ। ਸਭ ਦੇ ਦੱਸਣ ਦੀ ਸਾਰੀ ਵਿਥਿਆ ਸੰਗਤ ਦੇ ਸਾਹਮਣੇ ਬਾਬਾ ਜੀ ਨੇ ਸੁਣਾਈ। ਇਸ ਉਪਰੰਤ ਮਹਾਂਪੁਰਖ ਧੰਨ ਧੰਨ ਬਾਬਾ ਨੰਦ ਸਿੰਘ ਜੀ ਨੇ ਆਪਣੀ ਰਸਨਾ ਨਾਲ ਇੱਕ ਸ਼ਬਦ ਦੀ ਧਾਰਨਾ ਇਸ ਤਰ੍ਹਾਂ ਪੜ੍ਹੀ, ਸੀਤਲ ਨਾਮ ਗੁਰਾਂ ਨੇ ਦਿਆ, ਤਪਤ ਕੜਾਹਾ ਬੁਝ ਗਿਆ। शब्द इस तरह है जी, फूटो आंडा परम का मने पयो परगास, काटी बेरी पगहते गुर कीनी बंद खलास, आवण जान रह्यो
ਤਪਤ ਕੜਾਹਾ ਬੁਝ ਗਿਆ, ਗੁਰ ਸੀਤਲ ਨਾਮ ਦਿਓ। ਇਸ ਸ਼ਬਦ ਦੀ ਧਾਰਨਾ ਤੋਂ ਬਾਬਾ ਜੀ ਨੇ ਆਪਣੇ ਲਈ ਪ੍ਰਸੰਨਤਾ ਮਿਲ ਗਈ ਸਮਝੀ ਅਤੇ ਉਸ ਦਿਨ ਤੋਂ ਆਪਣਾ ਤਨ, ਮਨ ਤੇ ਧਨ ਸ੍ਰੀ ਹਜ਼ੂਰ ਧੰਨ ਧੰਨ ਬਾਬਾ ਨੰਦ ਸਿੰਘ ਜੀ ਦੇ ਚਰਨਾਂ ਉੱਤੇ ਅਰਪਣ ਕਰ ਦਿੱਤਾ। ਅਟਲ ਪ੍ਰਤਾਪੀ ਧੰਨ ਧੰਨ ਬਾਬਾ ਨੰਦ ਸਿੰਘ ਜੀ ਦੂਰ ਨੇੜੇ ਜਿੱਥੇ ਕਿਧਰੇ ਵੀ ਪੂਰਨਮਾਸ਼ੀ ਮਨਾਉਂਦੇ, ਸ੍ਰੀ ਹਜ਼ੂਰ ਬਾਬਾ ਜੀ ਉੱਥੇ ਹੀ ਆਪਣਾ ਸੀਸ ਨਿਵਾਉਣ ਅਤੇ ਸੰਗਤ ਦੇ ਦਰਸ਼ਨ ਕਰਨ ਲਈ ਸਾਈਕਲ ਉੱਤੇ ਜਾਂਦੇ ਅਤੇ ਉਸ ਦਰ ਨੂੰ ਗੁਰੂ ਨਾਨਕ ਸਾਹਿਬ ਦਾ ਪੂਰਨ ਦਰ ਸਮਝਦੇ। ਸਵੇਰ ਵੇਲੇ ਭਾਈ ਰਤਨ ਸਿੰਘ ਕਲੇਰਾ, ਜੋ ਕਲੇਰਾ ਵਿੱਚ ਹਜ਼ੂਰੀਏ ਹੁੰਦੇ ਸਨ, ਨਵੇਂ ਸਿੰਘਾਂ ਨੂੰ ਮਹਾਂਪੁਰਖ ਧੰਨ ਧੰਨ ਬਾਬਾ ਨੰਦ ਸਿੰਘ ਜੀ ਕੋਲ ਭੁਗਤਾਇਆ ਕਰਦੇ ਸਨ। ਜਦ ਭਾਈ ਰਤਨ ਸਿੰਘ ਜੀ ਨੇ ਬਾਬਾ ਜੀ ਨੂੰ ਮਹਾਂਪੁਰਖ ਧੰਨ ਧੰਨ ਬਾਬਾ ਨੰਦ ਸਿੰਘ ਜੀ ਕੋਲ ਭੁਗਤਾਇਆ ਤੇ ਬਾਬਾ ਜੀ ਆਪਣੀ ਮੁਬਾਰਕ ਰਸਨਾ ਨਾਲ ਇਸ ਤਰ੍ਹਾਂ ਫਰਮਾਇਆ ਕਰਦੇ ਸਨ, ਬਾਬਾ ਜੀ ਕੋਲ ਦਾਖਲ ਹੋਇਆ ਸੁਭਾਅ ਹੁੰਦਾ ਪਈ ਮੈਂ ਸੰਤਾਂ ਮੂਹਰੇ ਕੋਈ ਵਿਚਾਰ ਕਰਕੇ ਦੱਸਾਂ। ਬਾਬਾ ਜੀ ਕਹਿੰਦੇ, ਨਿਤਨੇਮ ਕੀ ਕਰਦਾ ਹੁੰਨਾ? ਮੈਂ ਆਖਿਆ, ਜੀ ਮੈਂ ਪਾਠ ਤਾਂ ਜਦ ਤੇ ਅੰਮ੍ਰਿਤ ਛਕਿਆ ਪੰਜ ਬਾਣੀਆਂ ਦਾ ਕਰਦਾ, ਅਭਿਆਸ ਜਪਜੀ ਸਾਹਿਬ ਦਾ ਹੈ, ਆਥਣੇ ਰਹਿਰਾਸ ਸਾਹਿਬ ਦਾ ਪਾਠ ਕਰ ਲੈਂਦਾ ਹਾਂ ਅਤੇ ਰਾਤ ਨੂੰ ਕੀਰਤਨ ਸੋਹਿਲਾ ਪੜ੍ਹਦਾ ਹਾਂ। ਮਹਾਂਪੁਰਖ ਧੰਨ ਧੰਨ ਬਾਬਾ ਨੰਦ ਸਿੰਘ ਜੀ ਨੇ ਬਚਨ ਕੀਤਾ, ਬਹੁਤ ਸੋਹਣਾ ਹੈ, ਗ੍ਰਹਸਥੀ ਨੂੰ ਭਾਈ ਇੰਨਾ ਕੁਛ ਬੜਾ ਹੈ। ਮੇਰੇ ਮੂੰਹੋਂ ਫਿਰ ਨਿਕਲ ਗਿਆ, ਜੀ ਸਿੱਖੀ ਦਾ ਸ਼ੌਕ ਹੈ, ਸਿੱਖੀ ਕਮਾਉਣ ਦਾ ਸ਼ੌਕ ਹੈ। ਬਾਬਾ ਜੀ ਨੇ ਨਿਮਰਤਾ ਸਹਿਤ ਕਿਹਾ। ਮਹਾਂਪੁਰਖ ਬਾਬਾ ਨੰਦ ਸਿੰਘ ਜੀ ਨੇ ਕੋਈ ਉੱਤਰ ਨਾ ਦਿੱਤਾ। ਬਾਬਾ ਜੀ ਨੇ ਇੱਕ ਵਾਰ ਫਿਰ ਨਿਮਰਤਾ ਸਹਿਤ ਕਿਹਾ, ਜੀ ਸਿੱਖੀ ਦਾ ਸ਼ੌਕ ਹੈ, ਸਿੱਖੀ ਕਮਾਉਣ ਦਾ ਸ਼ੌਕ ਹੈ। ਫਿਰ ਹਜ਼ੂਰ ਨੇ ਇਹ ਬਖਸ਼ੀਸ਼ ਦਿੱਤੀ, ਕਹਿੰਦੇ, ਚੰਗਾ, ਸਿੱਖੀ ਕਮਾਉਣ ਦਾ ਸ਼ੌਕ ਹੈ ਤਾਂ ਸਿੱਖ ਕੀ ਤੇ ਆਰਾਮ ਕੀ, ਭਿਖਾਰੀ ਕੀ ਤੇ ਮਾਣ ਕੀ, ਅਤੇ ਨਾਲ ਹੀ ਮੂਲ ਮੰਤਰ ਇੱਕ ਓਂਕਾਰ ਤੋਂ ਲੈ ਕੇ ਨਾਨਕ ਹੋਸੀ ਵੀ ਸੱਚ ਤੱਕ ਬਖਸ਼ਿਆ। ਮਹਾਂਪੁਰਖਾਂ ਪਾਸੋਂ ਇਹਨਾਂ ਬਖਸ਼ੀਸ਼ਾਂ ਦੀ ਝੋਲੀ ਭਰ ਕੇ ਬਾਬਾ ਜੀ ਆਪਣੇ ਸਾਥੀਆਂ ਭਾਈ ਵਰਿਆਮ ਸਿੰਘ ਅਤੇ ਭਾਈ ਹਜ਼ੂਰਾ ਸਿੰਘ ਨਾਲ ਆਪਣੇ ਨਗਰ ਸਿਆੜ ਸਾਹਿਬ ਨੂੰ ਪਰਤ ਆਏ। ਮਹਾਂਪੁਰਖ ਬਾਬਾ ਨੰਦ ਸਿੰਘ ਜੀ ਦੇ ਦਰਸ਼ਨ ਕਰਨ ਦੀ ਚਿਰੋਕਣੀ ਇੱਛਾ ਪੂਰਨ ਹੋਣ ਤੇ ਮਨ ਵਿੱਚ ਬਹੁਤ ਚਾਅ ਅਤੇ ਖੁਸ਼ੀ ਸੀ। ਚਿਹਰੇ ਤੇ ਖੇੜਾ ਸੀ। ਤੜਕੇ ਦਾ ਨਿਤਨੇਮ ਅਤੇ ਸ਼ਾਮ ਦਾ ਸਤਸੰਗ ਕਰਨ ਦਾ ਅਭਿਆਸ ਤਾਂ ਸੀ ਹੀ। ਸ੍ਰੀ ਜਪਜੀ ਸਾਹਿਬ ਦੇ ਹਰ ਰੋਜ਼ 100 ਪਾਠ ਤਾਂ ਕਰਦੇ ਹੀ ਸਨ। ਪਹਿਲਾ ਨਿਯਮ ਨਹੀਂ ਸੀ, ਕਿਤੇ ਵੱਧ ਹੋ ਗਏ, ਕਿਤੇ ਘੱਟ ਹੋ ਗਏ। ਹੁਣ ਸਵੇਰ ਦਾ ਨਿਤਨੇਮ ਕਰਨ ਵਿੱਚ ਦ੍ਰਿੜ ਹੋਣ ਦੇ ਸੰਕਲਪ ਨੂੰ ਸੁਨਿਸ਼ਚਿਤ ਕੀਤਾ। ਬਾਬਾ ਜੀ ਨੇ ਲੁਧਿਆਣਾ ਸ਼ਹਿਰ ਤੋਂ ਅਲਾਰਮ ਵਾਲੀ ਘੜੀ ਤਾਂ ਲਿਆਂਦੀ ਹੋਈ ਸੀ। ਹੁਣ ਇਸ ਨੂੰ ਟੀਨ ਦੇ ਪੀਪੇ ਉੱਤੇ ਰੱਖ ਕੇ ਥਾਲ ਵਿੱਚ ਰੱਖਦੇ ਤਾਂ ਕਿ ਜਦ ਅਲਾਰਮ ਵੱਜੇ ਤਾਂ ਜ਼ਿਆਦਾ ਖੜਕਾ ਹੋਵੇ ਅਤੇ ਜਾਗ ਆਵੇ। ਬਾਬਾ ਜੀ ਨੇ ਆਪਣੇ ਘਰ ਦੇ ਚੁਬਾਰੇ ਵਿੱਚ ਸ਼ਾਮ ਦਾ ਸਤਸੰਗ ਕਰਨਾ ਆਰੰਭ ਕੀਤਾ। ਦਿਨ ਦੇ ਖੇਤੀ ਦੇ ਕੰਮ ਤੋਂ ਵਿਹਲੇ ਹੋ ਕੇ ਘਰ ਵਿੱਚ ਲੱਗੀ ਖੂਹੀ ਤੇ ਇਸ਼ਨਾਨ ਕਰਦੇ, ਸੁੱਚੇ ਕੱਪੜੇ ਪਹਿਨ ਕੇ ਅਤੇ ਪ੍ਰਸ਼ਾਦਾ ਛਕ ਕੇ ਚੁਬਾਰੇ ਉੱਪਰ ਚਲੇ ਜਾਂਦੇ। ਬਾਬਾ ਜੀ ਦੇ ਬਾਲ ਸਖਾ ਭਾਈ ਹਜ਼ੂਰਾ ਸਿੰਘ, ਉਹਨਾਂ ਨੂੰ ਬਾਬਾ ਜੀ ਨੇ ਭਾਈ ਜੀ ਬਣਾਇਆ ਹੋਇਆ ਸੀ। ਭਾਈ ਬਚਨ ਸਿੰਘ ਨੂੰ ਜਥੇਦਾਰ ਦਾ ਖਿਤਾਬ ਬਖਸ਼ਿਆ ਹੋਇਆ ਸੀ ਅਤੇ ਭਾਈ ਜੋਗਿੰਦਰ ਸਿੰਘ ਨੂੰ ਸਿੱਧ ਦਾ ਖਿਤਾਬ ਦਿੱਤਾ ਹੋਇਆ ਸੀ। ਸ਼ਾਮ ਦੇ ਸਤਸੰਗ ਵਿੱਚ ਰਹਿਰਾਸ ਸਾਹਿਬ ਜੀ ਅਤੇ ਕਥਾ ਕੀਰਤਨ ਤੋਂ ਪਿੱਛੋਂ ਅਰਦਾਸ ਕੀਤੀ ਜਾਂਦੀ। ਸ਼ਾਮ ਦਾ ਇਹ ਸਤਸੰਗ ਲਗਭਗ 2 ਘੰਟੇ ਚੱਲਦਾ ਰਹਿੰਦਾ, ਰਾਤ ਦੇ 8 ਵਜੇ ਤੋਂ 10 ਵਜੇ ਤੱਕ। ਪਹਿਲਾ 1 ਘੰਟਾ ਤਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ, ਜਿਨ੍ਹਾਂ ਦੀ ਕਥਾ ਬਾਬਾ ਜੀ ਆਪ ਕਰਿਆ ਕਰਦੇ ਸਨ। ਆਈ ਸੰਗਤ ਵਿੱਚੋਂ ਇੱਕ ਵਿਅਕਤੀ ਦੀਵੇ ਦੀ ਮੱਧਮ ਲੋ ਵਿੱਚ ਪੌੜੀ ਦੀ ਇੱਕ ਪੰਕਤੀ ਪੜ੍ਹਦਾ, ਫਿਰ ਬਾਬਾ ਜੀ ਉਸ ਦੀ ਵਿਆਖਿਆ ਕਰਦੇ। ਫਿਰ 9 ਵਜੇ ਤੋਂ 10 ਵਜੇ ਤੱਕ ਢੋਲਕੀ ਅਤੇ ਚਿਮਟੇ ਨਾਲ ਸਿੱਧੀਆਂ ਤਾਲਾਂ ਵਿੱਚ ਸ਼ਬਦ ਪੜ੍ਹਦੇ ਹੋਏ ਹਰਜਸ ਕਰਦੇ ਹੁੰਦੇ। ਹੌਲੀ ਹੌਲੀ ਸੰਗਤ ਵਧਣ ਲੱਗ ਪਈ।
ਇਸ ਸਮੇਂ ਦੇ ਸਤਸੰਗ ਵਿੱਚ ਨਿਤਨੇਮ ਦੇ ਅਨੁਸਾਰ ਹਾਜ਼ਰੀ ਭਰਨ ਵਾਲੇ ਤਾਂ ਥੋੜੇ ਸਨ, ਪਰੰਤੂ ਬਦਲ ਕੇ ਆਉਣ ਨਾਲ ਵੀ ਕਾਫੀ ਸੰਗਤ ਹੋ ਜਾਂਦੀ ਸੀ। ਬਾਬਾ ਜੀ ਅੰਤ ਵਿੱਚ ਆਪਣੀ ਸਪੁੱਤਰੀ ਸੰਤ ਕੌਰ ਨੂੰ ਸ਼ਬਦ ਸੁਣਾਉਣ ਲਈ ਕਹਿੰਦੇ, ਤਦ ਉਹ ਸ਼ਬਦ ਪੜ੍ਹਦੀ ਹੁੰਦੀ ਸੀ। ਇਸ ਤੋਂ ਪਿੱਛੋਂ ਬਾਬਾ ਜੀ ਆਪ ਅਰਦਾਸ ਕਰਦੇ ਅਤੇ ਸ਼ੱਕਰ ਦਾ ਪ੍ਰਸ਼ਾਦ ਸਾਰੀ ਸੰਗਤ ਵਿੱਚ ਵਰਤਾਇਆ ਜਾਂਦਾ ਸੀ। ਇਸ ਦੇ ਨਾਲ ਹੀ ਜਿੱਥੇ ਮਹਾਂਪੁਰਖ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਪੁੰਨਿਆ ਦੇ ਸਮਾਗਮ ਲਗਾਉਂਦੇ, ਸ੍ਰੀ ਹਜ਼ੂਰ ਬਾਬਾ ਜੀ ਸਮਾਗਮ ਤੇ ਹਾਜ਼ਰੀ ਭਰਨ ਅਤੇ ਗੁਰੂ ਨਾਨਕ ਸਾਹਿਬ ਜੀ ਦੇ ਦਰ ਤੇ ਸੀਸ ਝੁਕਾਉਣ ਲਈ ਸਾਈਕਲ ਤੇ ਜਾਇਆ ਕਰਦੇ ਸਨ। ਹੌਲੀ ਹੌਲੀ ਕਈ ਨਗਰਾਂ ਦੀ ਸੰਗਤ ਬਾਬਾ ਜੀ ਦੇ ਨਾਲ ਜੁੜਦੀ ਗਈ। ਨਗਰ ਕੁੱਪ ਜਿਤਵਾਲ ਕਲਾਂ ਜ਼ਿਲ੍ਹਾ ਸੰਗਰੂਰ ਤੋਂ ਭਾਈ ਭਾਗ ਸਿੰਘ ਸ੍ਰੀ ਨਾਨਕਸਰ ਠਾਠ ਸਿਆੜ ਸਾਹਿਬ ਵਿਖੇ ਪਹਿਲੇ ਬਿਹੰਗਮ ਬਣੇ। ਸ੍ਰੀ ਹਜ਼ੂਰ ਸੰਤ ਬਾਬਾ ਮੀਹਾ ਸਿੰਘ ਜੀ ਮਹਾਰਾਜ ਜੀ ਦੀ ਜੀਵਨ ਕਥਾ ਦਾ ਅਗਲਾ ਭਾਗ ਦੂਸਰੇ ਹਿੱਸੇ ਵਿੱਚ ਸਰਵਣ ਕਰੋ ਜੀ।